ਬੰਗਾ ਵਿਖੇ ਪਿਛਲੇ ਦਿਨੀ ਸਮਾਜਿਕ ਸੰਘਰਸ਼ ਪਾਰਟੀ ਵੱਲੋਂ ਆਪਣੇ ਕੁਝ ਵਿਧਾਨ ਸਭਾ ਹਲਕਿਆਂ ਦੇ ਉਮੀਦਵਾਰਾਂ ਦਾ ਨਾਂ ਐਲਾਨਣ ਤੋਂ ਬਾਅਦ ਹੁਣ ਇਸ ਪਾਰਟੀ ਨੇ ਆਗਾਮੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਕਮਰ ਕੱਸੇ ਕਰ ਲਏ ਹਨ। ਉਨ੍ਹਾਂ ਵੱਲੋਂ ਐਲਾਨੇ ਗਏ ਵਿਧਾਨ ਸਭਾ ਹਲਕਿਆਂ ਵਿੱਚ ਚੋਣ ਸਰਗਰਮੀਆਂ ਵਧਾ ਦਿੱਤੀਆਂ ਹਨ। ਇਸੇ ਸਬੰਧ ਵਿੱਚ ਕੱਲ ਹਲਕਾ ਫਲੌਰ 'ਚ ਸਮਾਜਿਕ ਸੰਘਰਸ਼ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਇਕੱਠੇ ਹੋਏ। ਵੱਖ-ਵੱਖ ਥਾਵਾਂ ਤੋਂ ਪਹੁੰਚੇ ਹੋਏ ਅਹੁਦੇਦਾਰਾਂ ਤੇ ਵਰਕਰਾਂ ਨੇ ਫਲੌਰ ਵਿਖੇ ਬੀਬੀ ਹਰਵਿੰਦਰ ਕੌਰ ਜੀ, ਜੋ ਕਿ ਸਮਾਜਿਕ ਸੰਘਰਸ਼ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਹਨ, ਦੀ ਅਗਵਾਈ 'ਚ ਭਾਰਤੀ ਸੰਵਿਧਾਨ ਦੇ ਰਚਾਇਤਾ ਬਾਬਾ ਸਾਹਿਬ ਡਾਕਟਰ BR ਅੰਬੇਡਕਰ ਜੀ ਦੇ ਬੁੱਤ ਤੇ ਫੁੱਲਾਂ ਦੇ ਹਾਰ ਪਹਿਨਾ ਕੇ ਇੱਕ ਜਨ ਚੇਤਨਾ ਮਾਰਚ ਕੱਢਿਆ। ਇਸ ਮਾਰਚ ਦੌਰਾਨ ਸਮਾਜ ਨੂੰ ਸੇਧ ਦੇਣ ਵਾਲੇ ਤੇ ਬਰਾਬਰੀ ਪੈਦਾ ਕਰਨ ਵਾਲੇ ਨਾਅਰੇ ਵੀ ਬੁਲੰਦ ਕੀਤੇ ਗਏ। ਮਾਰਚ ਦੌਰਾਨ ਬੀਬੀਆਂ ਨੇ ਭੰਗੜੇ ਵੀ ਪਾਏ ਤੇ ਜੋਸ਼ 'ਚ ਬੀਬੀ ਹਰਵਿੰਦਰ ਕੌਰ ਜੀ ਦੇ ਪੱਖ 'ਚ ਨਾਅਰੇ ਲਗਾਏ। ਇਹ ਮਾਰਚ ਵੱਖ-ਵੱਖ ਰਸਤਿਆਂ ਤੋਂ ਹੁੰਦਾ ਹੋਇਆ ਸਮਾਗਮ ਵਾਲੀ ਥਾਂ ਤੇ ਪਹੁੰਚਿਆ। ਨੂਰਮਹਿਲ ਰੋਡ ਤੇ ਬਣਾਏ ਗਏ ਇੱਕ ਪੰਡਾਲ ਵਿੱਚ ਹੋਏ ਇਸ ਸਮਾਗਮ ਵਿੱਚ ਸਮਾਜਿਕ ਸੰਘਰਸ਼ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਬੀਬੀ ਹਰਵਿੰਦਰ ਕੌਰ ਜੀ, ਸਮਾਜਿਕ ਸੰਘਰਸ਼ ਪਾਰਟੀ ਦੇ ਸਰਪ੍ਰਸਤ ਸਰਦਾਰ ਜਸਵਿੰਦਰ ਸਿੰਘ, ਚੰਡੀਗੜ੍ਹ ਤੇ ਪੰਜਾਬ ਦੇ ਇੰਚਾਰਜ ਇੰਜੀਨੀਅਰ ਕਿਸ਼ੋਰ ਕੁਮਾਰ ਗੁਰੂ ਜੀ, ਪੰਜਾਬ ਦੇ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਜੀ ਹੀਰ, ਪੰਜਾਬ ਦੇ ਵਾਈਸ ਪ੍ਰਧਾਨ ਇੰਜੀਨੀਅਰ ਹਰਦਿਆਲ ਸਿੰਘ ਜੀ, ਵਾਈਸ ਪ੍ਰਧਾਨ ਪੰਜਾਬ ਸਰਦਾਰ ਹਰਚੰਦ ਸਿੰਘ ਜੀ ਜਖਵਾਲੀ, ਹਰਦਿਆਲ ਸਿੰਘ ਜੀ ਕੈੜਾ, ਜ਼ਿਲ੍ਹਾ ਪ੍ਰਧਾਨ ਲੁਧਿਆਣਾ ਸਰਦਾਰ ਹਰਵਿੰਦਰ ਸਿੰਘ ਰੰਧਾਵਾ ਲੁਧਿਆਣਾ ਵਾਲੇ, ਹਰਵਿੰਦਰ ਸਿੰਘ ਪ੍ਰਿੰਸ ਯੂਥ ਆਗੂ, ਨੰਬਰਦਾਰ ਸੁਖਵਿੰਦਰ ਲਾਲ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ, ਸ਼੍ਰੀ ਸ਼ਲਿੰਦਰਪਾਲ ਧੀਮਾਨ ਉਮੀਦਵਾਰ ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ, ਬੀਬੀ ਰਜਿੰਦਰ ਕੌਰ ਸੀਨੀਅਰ ਆਗੂ ਲੇਡੀਜ਼ ਵਿੰਗ ਤੇ ਵਿਸ਼ੇਸ਼ ਤੌਰ ਤੇ ਸ਼੍ਰੀ ਸਾਈਂ ਦਾਸ ਜੀ ਲੁਧਿਆਣਾ ਤੋਂ ਪਹੁੰਚੇ ਹੋਏ ਸਨ। ਅਸੀਂ ਗੂੰਗੇ ਸੀ, ਕੁਝ ਕਹਿਣ ਜੋਗੇ ਹੋ ਗਏ। ਅੱਜ ਤੇਰੀ ਕਿਰਪਾ ਨਾਲ ਬਾਬਾ ਸਾਹਿਬ ਅੰਬੇਡਕਰ ਅਸੀਂ ਚਾਰ ਬੰਦਿਆਂ 'ਚ ਬਹਿਣ ਜੋਗੇ ਹੋ ਗਏ। ਕੁਝ ਸੁਣਨ ਜੋਗੇ ਹੋ ਗਏ, ਕੁਝ ਕਹਿਣ ਜੋਗੇ ਹੋ ਗਏ, ਕੁਝ ਸੁਣਨ ਜੋਗੇ ਹੋ ਗਏ, ਕੁਝ ਕਹਿਣ ਜੋਗੇ ਹੋ ਗਏ। ਔਰ ਅੱਜ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਕਿ ਸਮਾਜਿਕ ਸੰਘਰਸ਼ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਫਲੋਰ ਤੋਂ ਜੋ ਉਮੀਦਵਾਰ ਐਲਾਨੇ ਗਏ ਨੇ
ਉਹ ਕੋਈ ਹੋਰ ਨਹੀਂ, ਸਮਾਜਿਕ ਸੰਘਰਸ਼ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ਼੍ਰੀਮਤੀ ਹਰਵਿੰਦਰ ਕੌਰ ਜੀ, ਜੋ ਪਿਛਲੇ 40 ਸਾਲਾਂ ਤੋਂ ਲੰਬੇ ਸਮੇਂ ਤੋਂ ਇਸ ਬਹੁਜਨ ਮੂਵਮੈਂਟ ਦੇ ਵਿੱਚ ਕੰਮ ਕਰਦੇ ਆ ਰਹੇ ਨੇ। 15 ਸਾਲ ਦੀ ਉਮਰ ਤੋਂ ਉਹਨਾਂ ਨੇ ਇਸ ਮੂਵਮੈਂਟ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਐਸਾ ਕੋਈ ਪਿੰਡ ਨਹੀਂ ਜਿਸ ਪਿੰਡ ਦੇ ਚੁਰਾਹੇ ਦੇ ਵਿੱਚ ਜਾ ਕੇ, ਐਸਾ ਕੋਈ ਸ਼ਹਿਰ ਨਹੀਂ ਜਿਸ ਸ਼ਹਿਰ ਦੀ ਗਲੀ ਦੇ ਵਿੱਚ ਜਾ ਕੇ, ਐਸਾ ਕੋਈ ਭਾਰਤ ਦਾ ਕੋਨਾ ਨਹੀਂ ਚਾਹੇ ਉਹ ਰੂੜੀਆਂ ਦੇ ਢੇਰ ਵੀ ਹੋਣ, ਉੱਥੇ ਜਾ ਕੇ ਵੀ ਬਾਬਾ ਸਾਹਿਬ ਅੰਬੇਡਕਰ ਨੇ ਬਾਬਾ ਸਾਹਿਬ ਅੰਬੇਡਕਰ ਦੇ ਮਿਸ਼ਨ ਦਾ ਸੁਨੇਹਾ ਦਿੱਤਾ। ਸਾਡੀ ਸਮੁੱਚੀ ਲੀਡਰਸ਼ਿਪ ਜੋ ਕਿ ਸਟੇਜ ਤੇ ਬਿਰਾਜਮਾਨ ਹੈ, ਅੱਜ ਤੁਹਾਨੂੰ ਵਾਰੀ-ਵਾਰੀ ਇਹ ਸਾਰਾ ਕੁਝ ਚਾਨਣਾ ਪਾਉਣਗੇ ਕਿ ਸਾਨੂੰ ਇਹ ਲੋੜ ਕਿਉਂ ਪਈ। ਇਸ ਕਰਕੇ ਆਪਾਂ ਨੂੰ ਕੋਵਿਡ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਛੋਟ ਮੀਟਿੰਗ ਕਰਨੀ ਪਈ ਆ, ਨਹੀਂ ਤਾਂ ਅਸੀਂ ਬਹੁਤ ਵੱਡਾ ਇਕੱਠ ਕਰਨਾ ਸੀ। ਅਤੇ ਸਾਡੇ ਰਾਸ਼ਟਰੀ ਪ੍ਰਧਾਨ ਮੈਡਮ ਹਰਵਿੰਦਰ ਕੌਰ ਜੀ, ਜਿਹੜੇ ਕਿ ਫਲੋਰ ਹਲਕੇ ਤੋਂ ਕੈਂਡੀਡੇਟ ਐਲਾਨੇ ਗਏ ਨੇ, ਉਹਨਾਂ ਦੀ ਸ਼ੁਰੂਆਤ ਲਈ ਅਸੀਂ ਪੂਰੇ ਢੋਲ ਟਮਕਿਆਂ ਨਾਲ ਤੇ ਬਹੁਤ ਭਾਰੀ ਇਕੱਠ ਦੇ ਵਿੱਚ ਅਨਾਉਂਸਮੈਂਟ ਕਰਨੀ ਸੀ, ਪਰ ਕਿਉਂਕਿ ਅਸੀਂ ਬਹੁਤ ਡਿਸਪਲਿਨਡ ਸਮਾਜ ਦੇ ਮੈਂਬਰ ਹਾਂ, ਦੇਸ਼ ਦੇ ਮੈਂਬਰ ਹਾਂ, ਅਸੀਂ ਹਰ ਚੀਜ਼ ਦਾ ਸਤਿਕਾਰ ਕਰਦੇ ਹੋਏ, ਉਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਗਵਰਨਮੈਂਟ ਦੀਆਂ ਹਦਾਇਤਾਂ ਮੁਤਾਬਕ ਹੀ ਸਾਰਾ ਕੁਝ ਕਰ ਰਹੇ ਹਾਂ। ਹਰਵਿੰਦਰ ਸਿੰਘ ਰੰਧਾਵਾ ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ ਪ੍ਰਗਟ ਕੀਤੇ। जय भीम, जय संविधान, जय भारत। आए हुए साथियों, मैं ਤੁਹਾਨੂੰ ਸਭ ਤੋਂ ਪਹਿਲਾਂ ਵਧਾਈ ਦਿੰਦਾ ਹਾਂ ਕਿ ਤੁਹਾਡੇ ਇਲਾਕੇ ਦੇ ਵਿੱਚ ਬਹੁਤ ਹੀ ਸੂਝਵਾਨ ਉਮੀਦਵਾਰ ਇਲਾਕੇ ਗਏ ਨੇ। ਮੈਂ ਕੱਲ ਕਿਸੇ ਆਪਣੇ ਦੋਸਤ ਦੇ ਨਾਲ ਗੱਲ ਕਰ ਰਿਹਾ ਸੀ ਆਪਣੀ ਪਾਰਟੀ ਦੇ ਬਾਰੇ ਦੇ ਵਿੱਚ, ਤੇ ਗੱਲ ਕੀਤੀ, ਗੱਲ ਕਰਦਿਆਂ ਉਹ ਮੈਨੂੰ ਕਹਿਣ ਲੱਗਿਆ, ਛੱਡ ਯਾਰ, ਆਪਾਂ ਨੇ ਕੀ ਲੈਣਾ ਪਾਰਟੀਆਂ ਤੋਂ, ਇਹਨਾਂ ਪਾਰਟੀਆਂ ਦਾ ਕੰਮ ਹੀ ਆ ਕਿਸੇ ਨੇ ਕੁਝ ਬੋਲਣਾ, ਕਿਸੇ ਨੇ ਕੁਝ ਬੋਲਣਾ। ਮੈਂ ਕਿਹਾ ਨਹੀਂ ਯਾਰ, ਏਦਾਂ ਨਹੀਂ ਹੁੰਦੀ ਗੱਲ। ਜੇ ਅੱਜ ਭਗਤ ਸਿੰਘ ਇਹ ਸੋਚਦਾ ਕਿ ਅਸੀਂ ਕੀ ਲੈਣਾ, ਇਹ ਲੜਦੇ ਨੇ ਲੜੀ ਜਾਣਦੇ, ਉਹ ਸ਼ਹੀਦ ਨਾ ਹੁੰਦੇ ਤੇ ਸਾਡਾ ਦੇਸ਼ ਕਦੀ ਆਜ਼ਾਦ ਨਾ ਹੁੰਦਾ। ਜੇ ਊਧਮ ਸਿੰਘ ਨਾ ਲੜਦਾ ਤੇ ਸਾਡਾ ਦੇਸ਼ ਆਜ਼ਾਦ ਨਾ ਹੁੰਦਾ। ਜੇ ਕਰਤਾਰ ਸਿੰਘ ਸਰਾਭਾ ਫਾਂਸੀ ਤੇ ਨਾ ਚੜਦਾ ਤੇ ਸਾਡਾ ਦੇਸ਼ ਆਜ਼ਾਦ ਨਾ ਹੁੰਦਾ। ਇਸ ਲਈ ਸਾਨੂੰ ਕਿਸੇ ਨਾ ਕਿਸੇ ਨੂੰ ਤਾਂ ਬੋਲਣਾ ਪੈਣਾ, ਕਿਸੇ ਨਾ ਕਿਸੇ ਨੂੰ ਕੁਝ ਕਰਨਾ ਪੈਣਾ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਪੰਜਾਬ ਤੇ ਹਰਿਆਣਾ ਦੇ ਇੰਚਾਰਜ ਸ਼੍ਰੀ ਕਿਸ਼ੋਰ ਗੁਰੂ ਜੀ ਨੇ ਵੀ ਸੰਬੋਧਨ ਕੀਤਾ। ਭਾਈ ਭਤੀਜਾਵਾਦ ਆ, ਜਿਹੜੇ ਕਿ ਸਾਡੇ ਲੋਕਾਂ ਨੂੰ ਲਾਰੇ ਲਾ ਕੇ ਵੋਟਾਂ ਲੈ ਕੇ ਫਿਰ ਮੁੜ ਕੇ 5 ਸਾਲ ਨਹੀਂ ਪੁੱਛਦੇ। ਜੇ ਰੁਜ਼ਗਾਰ ਮੰਗਦੇ ਆ ਤਾਂ ਡੰਡੇ ਪੈਂਦੇ, ਡਾਂਗਾ ਪੈਂਦੀਆਂ। ਜੇ ਕੋਈ ਆਪਣਾ ਹੱਕ ਮੰਗਦੇ ਆ, ਕੋਈ ਸੁਣਵਾਈ ਨਹੀਂ ਹੁੰਦੀ, ਕੋਈ ਨਹੀਂ ਪੁੱਛਦਾ। ਇਸ ਕਰਕੇ ਆਪਾਂ ਜਿਹੜੇ ਮਜ਼ਦੂਰ ਲੋਕ ਆ, ਬਹੁਜਨ ਲੋਕ ਆ, ਸਮਾਜ ਦੇ ਵਿੱਚ ਵੱਧ ਗਿਣਤੀ ਦੇ ਵਿੱਚ ਅਸੀਂ ਹੈਗੇ ਆ। ਜਿੰਨੇ ਕਿਰਤੀ ਕਿਸਾਨ, ਗਰੀਬ ਮਜ਼ਦੂਰ ਹੈਗੇ ਆ, ਅਸੀਂ ਸਾਰੇ ਇਕੱਠੇ ਹੋ ਜਾਈਏ। ਸਾਰਿਆਂ ਨੂੰ ਇਕੱਠੇ ਕਰਨ ਦਾ ਸਾਡਾ ਜਿਹੜਾ ਇਹ ਇਰਾਦਾ ਹੈ, ਤਾਂ ਕਿ ਜਿਹੜੀ ਇੱਕ ਬਹੁਤ ਵੱਡੀ ਤਾਕਤ ਬਣ ਕੇ ਇਹਨਾਂ ਗਰੀਬਾਂ ਦਾ ਜਿਹੜਾ ਰਾਜ ਆਵੇ, ਇਹਨਾਂ ਦੇ ਦੁੱਖ ਦਰਦ ਅਸੀਂ ਖੁਦ ਆਪ ਦੂਰ ਕਰ ਸਕੀਏ। ਕਿਉਂਕਿ ਸਰਕਾਰਾਂ ਦੇ ਹੱਥ ਵਿੱਚ ਬਹੁਤ ਕੁਝ ਆ। ਜਦੋਂ ਸਰਕਾਰ ਬਣਦੀ ਆ ਤਾਂ ਤੁਸੀਂ ਜੋ ਮਰਜ਼ੀ, ਜੋ ਚਾਹੁੰਦੇ ਆ ਉਹ ਕਰ ਸਕਦੇ ਆ। ਸਾਨੂੰ ਆ ਨਰੇਗਾ ਨਰੂਗਾ ਦੀਆਂ ਦਿਹਾੜੀਆਂ ਕਰਨ ਦੀ ਜ਼ਰੂਰਤ ਨਹੀਂ ਹੈ, ਜਿਹੜੇ ਜੇ ਅਸੀਂ ਸਰਕਾਰ ਆਪ ਬਣਾ ਲਈਏ, ਹੁਕਮਰਾਨ ਆਪ ਬਣਾ ਲਈਏ। ਬਾਬਾ ਸਾਹਿਬ ਦਾ ਇਹ ਸੁਪਨਾ ਪੂਰਾ ਕਰਨ ਦੇ ਲਈ ਕਿ ਤੁਸੀਂ ਇਸ ਦੇਸ਼ ਦੇ ਹੁਕਮਰਾਨ ਹੋ, ਉਹਦੇ ਲਈ ਸਾਨੂੰ ਆਪਣੇ ਆਪ ਨੂੰ, ਆਪਣੀਆਂ ਸੇਵਾਵਾਂ ਨੂੰ ਪੇਸ਼ ਕਰਨਾ ਚਾਹੀਦਾ ਔਰ ਸਮਾਜ ਦੇ ਵਿੱਚ ਵੱਧ ਚੜ ਕੇ ਲੋਕਾਂ ਨੂੰ ਜਾਗਰਤ ਕਰਕੇ ਇਸ ਪਾਰਟੀ ਦੇ ਨਾਲ ਜੋੜਨਾ ਚਾਹੀਦਾ। ਸਾਡੇ ਲੋਕਾਂ ਨੂੰ ਘਟ ਚੜ੍ਹਦੀ ਸੀਗੀ, ਲੇਕਿਨ ਅੱਜ ਅਸੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਾ ਸਕਦੇ ਹਾਂ। ਇਹ ਸਾਰੀ ਬਾਬਾ ਸਾਹਿਬ ਦੀ ਬਦੌਲਤ ਆ। ਮੈਂ ਇਹੀ ਬੇਨਤੀ ਕਰਦਾ ਕਿ ਰੁਜ਼ਗਾਰ ਦੀ ਕੋਈ ਕਮੀ ਨਹੀਂ ਸਰਕਾਰਾਂ ਦੇ ਕੋਲ, ਪੈਸੇ ਦੀ ਕੋਈ ਕਮੀ ਨਹੀਂ ਸਰਕਾਰਾਂ ਦੇ ਕੋਲ ਕਿਸੇ ਵੀ ਤਰੀਕੇ। ਇਹ ਸਿਰਫ ਸਰਕਾਰਾਂ ਦੀ ਬੇਈਮਾਨੀ ਆ
ਜੋ ਲੋਕ ਬੈਠੇ ਆ, ਭ੍ਰਿਸ਼ਟ ਬੈਠੇ ਆ, ਬੇਈਮਾਨ ਬੈਠੇ ਆ, ਜੇ ਸੱਚੇ ਸੁੱਚੇ ਲੋਕਾਂ ਨੂੰ ਤੁਸੀਂ ਚੁਣ ਕੇ ਭੇਜਣਾ ਤੇ ਉਹਦੇ ਲਈ ਤੁਹਾਨੂੰ ਕੋਸ਼ਿਸ਼ ਕਰਨੀ ਪਏਗੀ, ਐਫਰਟ ਕਰਨੀ ਪਏਗੀ। ਆਪ ਆਪਣੇ ਆਂਢ ਗੁਆਂਢ 'ਚ ਕਹਿਣਾ ਪਏਗਾ, ਆਪਣੇ ਰਿਸ਼ਤੇਦਾਰੀਆਂ ਵਿੱਚ ਜਾ ਕੇ ਕਹਿਣਾ ਪਏਗਾ ਕਿ ਭਾਈ ਪਾਰਟੀ, ਆਪਣੀ ਪਾਰਟੀ ਨੂੰ ਵੋਟ ਪਾਉਣੀ ਆ, ਆਪਣਾ ਰਾਜ ਤਾਂ ਹੀ ਲਿਆ ਸਕਦੇ ਆ। ਸਾਥੀਓ, ਜਦ ਆਪਾਂ ਫਲੋਰ ਵਿੱਚ ਆ ਰਹੇ ਹਾਂ ਤਾਂ ਤੁਹਾਡੇ ਇਸ 85% ਸਮਾਜ ਦੇ ਦੁੱਖਾਂ ਦਰਦਾਂ ਦੀ ਕਹਾਣੀ ਮਿੰਟਾਂ 'ਚ ਨਹੀਂ ਕਹੀ ਸਕਦੀ, ਸਾਲਾਂ ਬੱਧੀ ਕਹਾਣੀ ਸੁਣਾਈ ਜਾ ਸਕਦੀ ਆ, ਉਹ ਸੁਣਾ ਨਹੀਂ ਹੁੰਦੀ। ਸਾਥੀਆਂ ਨੇ ਥੋੜਾ ਥੋੜਾ ਇਸ਼ਾਰਾ ਜਿਹਾ ਦੇ ਕੇ ਆਪਣੀ ਗੱਲ ਮੁਕਾਈ। ਤਾਂ ਮੈਂ ਉਸ ਗੱਲ ਤੇ ਲਿਆਣਾ ਚਾਹੁੰਦਾ ਜਿੱਥੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਨੇ, ਮੇਰਾ ਖਿਆਲ ਹੈ ਜਦੋਂ ਬਿਮਾਰ ਰਹਿੰਦੇ ਸੀ ਤਾਂ ਉਹ ਵੀ ਥੋੜਾ ਜਿਹਾ ਇੱਛਾ ਰੱਖਦੇ ਵੀ ਮੈਂ ਜੇ ਠੀਕ ਰਹਾ ਉਹ ਸਮਾਂ ਹੋਰ ਤਾਂ ਮੈਂ ਸਾਰੇ ਮੁਸ਼ਕਲਾਂ ਦਾ, ਤੁਹਾਡੀਆਂ ਦਾ ਹੱਲ ਕੱਢ ਕੇ ਚਲ ਜਾਵਾਂ, ਇਹਨਾਂ ਨੂੰ ਨਾ ਕੁਛ ਵੀ ਕਰਨਾ। ਪਰ ਉਹਨਾਂ ਨੇ ਸੰਵਿਧਾਨ ਦੇ ਵਿੱਚ ਬਹੁਤ ਕੁਝ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਕੱਢ ਕੇ ਦਿੱਤਾ। ਸਮਾਜਵਾਦ ਦੀ ਗੱਲ ਕਰਤੀ, ਸਮਤਾ ਸਮਾਨਤਾ ਸੁਤੰਤਰ ਦੀ ਗੱਲ ਕਰਤੀ, ਭਾਈਚਾਰੇ ਦੀ ਗੱਲ ਕਰਤੀ, ਇਨਸਾਨੀਅਤ ਦੀ ਗੱਲ ਕਰਤੀ। ਪਰ 70 ਸਾਲ 72 ਸਾਲ ਆਜ਼ਾਦੀ ਤੋਂ ਬਾਅਦ ਜਿੰਨੀਆਂ ਵੀ ਸਰਕਾਰਾਂ ਹੋਈਆਂ ਸੰਵਿਧਾਨ ਦੇ ਉਲਟ ਕੰਮ ਕੀਤਾ। ਮੈਂ ਸੋਚਦਾ ਸੀ ਜਦੋਂ ਮੇਰੇ ਸਾਥੀ ਨੇ ਕਦੇ ਕਹੀ ਸੀ ਕਿ ਡਾਕਟਰ ਕੋਈ ਨਹੀਂ, ਫਿੱਟ ਪੈਂਦਾ ਤਾਂ ਡਾਕਟਰ ਬਦਲ ਲੈਂਦਾ। ਉਹ ਸਾਥੀਓ, ਅੱਜ ਜਿਹੜੇ ਸਿਆਣੇ ਲੋਕ ਆ ਡਾਕਟਰ ਕੋਲ ਚਲ ਜਾਂਦੇ ਆ, ਦਵਾਈ ਦਿੰਦੇ ਆ, 5 ਦਿਨ ਦੀ ਦਵਾਈ ਲਗਭਗ ਹਫ਼ਤੇ ਦੀ ਪਹਿਲਾਂ ਦਿੰਦੇ ਆ। ਜਦੋਂ ਉਹਦਾ ਪਰਿਵਾਰ ਦਾ ਮੈਂਬਰ ਦੇਖਦਾ ਵੀ ਦਵਾਈ ਦਾ ਕੋਈ ਅਸਰ ਨਹੀਂ ਹੋ ਰਿਹਾ, ਉਹ ਕਹਿੰਦੇ ਨਹੀਂ ਇਹਨੂੰ ਡਾਕਟਰ ਨੂੰ ਛੱਡੋ, ਪੈਸੇ ਲੱਗੇ ਅਗਲੇ ਡਾਕਟਰ ਕੋਲ ਚੱਲੀਏ ਵਧੀਆ। ਉਹ ਦਵਾਈ ਨੂੰ ਭਾਵੇਂ 2000 ਦੀ 4000 ਦੀ ਖਰੀਦੀ ਹੋਵੇ ਸੁੱਟ ਕੇ ਦੂਏ ਡਾਕਟਰ ਕੋਲ ਚਲ ਜਾਂਦੇ ਆ। ਪਰ ਸਾਡਾ ਸਮਾਜ ਇੰਨਾ ਭੋਲਾ ਪਾ ਰਿਹਾ, ਉਹ 72 ਸਾਲ ਆਜ਼ਾਦੀ ਤੋਂ ਬਾਅਦ ਵੀ ਉਹ ਲਟੇਰੇ ਆਏ ਔਰ ਹਰ 5 ਸਾਲ ਬਾਅਦ ਲਟੇਰਿਆਂ ਨੂੰ ਫਿਰ ਮੌਕਾ ਦਿੰਦੇ ਰਹੇ। ਅਸੀਂ ਤੁਹਾਨੂੰ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਜੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਕਿਹਾ ਸੀ ਕਿ ਜੇ ਤੁਹਾਨੇ ਇੱਕ ਵਾਰੀ ਗਲਤੀ ਕਰ ਲਈ, ਗਲਤ ਵੋਟ ਪਾ ਕੇ ਕੋਈ ਗਲਤ ਸਰਕਾਰ ਬਣਾ ਲਈ ਤਾਂ 5 ਸਾਲ ਬਾਅਦ ਤੁਸੀਂ ਬਦਲ ਸਕਦੇ ਹੋ। ਅੱਜ ਤੁਹਾਡੇ ਕੋਲ ਉਹ ਪਲੇਟਫਾਰਮ, ਉਹ ਵਧੀਆ ਲੋਕ ਤੁਹਾਡੇ ਮੈਦਾਨ ਦੇ ਵਿੱਚ ਆਏ ਨੇ ਜਿਨ੍ਹਾਂ ਨੇ ਲੰਬਾ ਸਮਾਂ ਕੰਮ ਕੀਤਾ ਤੇ ਕਦੇ ਕੁਰਸੀ ਦੀ ਲਾਲਸਾ ਨਹੀਂ ਸੀ ਕੀਤੀ। ਪਰ ਸਰਕਾਰਾਂ ਨੂੰ ਦੇਖਦੇ ਹੋਏ ਇਹ ਗੱਲ ਮਹਿਸੂਸ ਕੀਤੀ ਕਿ ਭਾਈ ਹੁਣ ਕੁਰਸੀ ਵੱਲ ਵੀ ਵਧਣਾ ਪੈਣਾ ਹੈ। ਜਿਵੇਂ ਮੈਡਮ ਹਰਵਿੰਦਰ ਕੌਰ ਜੀ, ਜੋ ਬਚਪਨ ਤੋਂ ਹੀ ਉਹਨਾਂ ਨੂੰ ਸਮਾਜ ਲਈ ਤੜਪ ਸੀ, ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਸੋਚ ਨੂੰ ਜਨ ਜਨ ਤੱਕ ਪਹੁੰਚਾਉਣ ਦਾ ਜੋ ਉਪਰਾਲਾ ਕੀਤਾ, ਤੇ ਅੱਜ ਤੁਹਾਡੇ ਫਲੋਰ ਵਾਲਿਆਂ ਦੇ ਵੱਡੇ ਭਾਗ ਨੇ ਜਿਨ੍ਹਾਂ ਨੂੰ ਪੜ੍ਹੇ ਲਿਖੇ, ਸੂਝਵਾਨ, ਇਮਾਨਦਾਰ ਤੇ ਨੀਤੀਆਂ ਬਾਰੇ ਪੂਰੀ ਜਾਣਕਾਰੀ ਹੈ, ਉਹ ਤੁਹਾਡੇ ਉਮੀਦਵਾਰ ਨੇ। ਮੈਂ ਇੱਥੋਂ ਇਹ ਆਸ ਕਰਦਾ ਕਿ ਪੰਜਾਬ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਜੋ ਸੀਟ ਬੀਬੀ ਹਰਵਿੰਦਰ ਕੌਰ ਨੂੰ ਜਿਤਾ ਕੇ ਤੁਹਾਨੂੰ ਭੇਜਣਾ ਤਾਂ ਜੋ ਕਿ ਸਮਾਜ ਦੀ ਜਿਹੜੀ ਵਿਗੜੀ ਹੋਈ ਦਿਸ਼ਾ ਹੈ ਉਹ ਸਿੱਧ ਹੋ ਸਕੇ। ਇਨ੍ਹਾਂ ਤੋਂ ਬਾਅਦ ਸ਼੍ਰੀ ਹਰਦਿਆਲ ਸਿੰਘ ਕੈੜਾ ਨੇ ਆਪਣੇ ਵਿਚਾਰ ਰੱਖੇ। ਪਹਿਲਾਂ ਤਾਂ ਸਟੇਜ ਤੇ ਬੈਠੇ ਸਾਰੇ ਮੇਰੇ ਭੈਣ ਭਰਾਵਾਂ ਨੂੰ ਜੈ ਭੀਮ, ਜੈ ਭਾਰਤ। ਔਰ ਮੈਂ ਥੋੜੇ ਜਿਹੇ ਲਫ਼ਜ਼ਾਂ ਵਿੱਚ ਇੱਕ ਬੇਨਤੀ ਕਰਨਾ ਚਾਹਾਂਗਾ, ਕਿਉਂਕਿ ਜਿਹੜਾ ਐਸਸੀ ਔਰ ਬੀਸੀ ਸਮਾਜ ਆ, ਵੀ ਸਾਨੂੰ ਆਪਣੀ ਤਾਕਤ ਦਾ ਇਸਤੇਮਾਲ ਕਰਨ ਦਾ ਇਸ ਵਾਰ ਮੌਕਾ ਮਿਲ ਰਿਹਾ। ਇਸ ਸਮਾਜਿਕ ਸਮਾਜ ਪਾਰਟੀ ਦੇ ਵੱਲੋਂ ਅਸੀਂ ਆਪਣੀ ਤਾਕਤ ਦਾ ਇਸਤੇਮਾਲ ਕਰਕੇ ਜਿਹੜਾ ਸ਼ੁਰੂ ਤੋਂ ਇਤਿਹਾਸ ਚੱਲਦਾ ਰਿਹਾ ਉਹਨੂੰ ਬਦਲਾਅ ਲਿਆਉਣ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੀ ਤਾਕਤ ਨੂੰ ਸਹੀ ਜਗ੍ਹਾ ਤੇ ਇਸਤੇਮਾਲ ਕਰਕੇ ਜਿਹੜੀਆਂ ਸਾਡੇ ਨਾਲ ਹੋ ਰਹੀਆਂ ਵਧੀਕੀਆਂ ਉਹਨਾਂ ਦਾ ਜਵਾਬ ਦੇਣ ਲਈ ਸਾਨੂੰ ਇਕਜੁੱਟ ਹੋਣਾ ਜ਼ਰੂਰੀ ਹੈ। ਇਹਨਾਂ ਕੁਝ ਕਹਿੰਦਾ ਹੋਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਇਨ੍ਹਾਂ ਤੋਂ ਬਾਅਦ ਸ਼੍ਰੀ ਸੁਖਵਿੰਦਰ ਲਾਲ ਨੰਬਰਦਾਰ, ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪ੍ਰਧਾਨ ਨੇ, ਵੀ ਸੰਬੋਧਨ ਕੀਤਾ। ਇਹ ਵਿਚਾਰ ਦੀਆਂ ਗੱਲਾਂ, ਇਹ ਵਿਚਾਰ ਤਾਂ ਆਊਗੀ ਜਦੋਂ ਅਸੀਂ ਦੇਖਾਂਗੇ, ਕਿਉਂਕਿ ਉਹ ਲੁੱਟ ਸ਼ਰੇਆਮ ਕਰ ਰਹੇ ਆ। ਇਹ ਹੁਣ ਤੁਹਾਡੀ ਕਮਜ਼ੋਰੀ ਆ ਕਿ ਅਸੀਂ ਦੇਖ ਨਹੀਂ ਪਾ ਰਹੇ। ਰਕੇਸ਼ ਪਾਂਡੇ
ਜਿਹਨੇ ਆਪਣੇ ਐਫੀਡੈਵਿਟ ਦੇ ਵਿੱਚ 300 ਕਰੋੜ ਦੀ ਪ੍ਰਾਪਰਟੀ ਅਨਾਉਂਸ ਕੀਤੀ ਹੈ। ਇਸ ਵੇਲੇ ਜੇ ਤੁਸੀਂ ਰੋਕ ਸਕਦੇ ਹੋ, ਤੁਹਾਡੇ ਕੋਲ ਬਾਬਾ ਸਾਹਿਬ ਦੀ ਰਹਿਨੁਮਾਈ ਦੇ ਨਾਲ ਇਹ ਮੌਕਾ ਦੁਆਰਾ ਫੇਰ ਆ ਰਿਹਾ, ਕਿਉਂਕਿ ਜਿਹੜੇ ਚੰਗੇ ਲੀਡਰ ਹੁੰਦੇ ਆ, ਸਾਡੇ ਬੁੱਧੀਜੀਵੀ ਆ, ਉਹਨਾਂ ਦਾ ਕੰਮ ਜਿਹੜਾ ਉਹ ਯੋਜਨਾਬੱਧ ਤਰੀਕੇ ਨਾਲ ਹੁੰਦਾ। ਕੋਈ ਇਹੋ ਜਿਹਾ ਤਰੀਕਾ ਕੋਈ ਤੁਹਾਨੂੰ ਆ ਕੇ ਜੇ ਕਹਿੰਦਾ ਹੈ ਨਾ ਵੀ ਮੈਂ ਤੁਹਾਨੂੰ ਕੱਲ ਨੂੰ 10,000 ਦੇ ਦੂੰਗਾ, ਕੱਲ ਨੂੰ 20,000 ਦੇ ਦੂੰਗਾ, ਮਤ ਉੱਤੇ ਯਕੀਨ ਕਰੋ। ਜਦੋਂ ਪੈਸਾ ਤੁਹਾਡੇ ਕੋਲ ਸਿਸਟਮ ਦੇ ਨਾਲ ਤਰੀਕੇ ਨਾਲ ਆਏਗਾ, ਤੁਹਾਡੀ ਤਰੱਕੀ ਹੋਏਗੀ, ਤੁਹਾਡੇ ਸਮਾਜ ਦੀ ਤਰੱਕੀ ਹੋਏਗੀ। ਔਰ ਇਹ ਮੌਕਾ ਸਾਨੂੰ ਬਾਬਾ ਸਾਹਿਬ ਸਾਡੀ ਖੁਸ਼ਕਿਸਮਤੀ ਆ ਕਿ ਦੇ ਕੇ ਗਏ ਆ, ਔਰ 2022 ਦੇ ਵਿੱਚ ਤੁਹਾਡੇ ਕੋਲ ਇਹ ਮੌਕਾ ਆ ਰਿਹਾ। ਅੱਜ ਉਹਨਾਂ ਨੇ ਅੱਜ ਤੱਕ ਤੁਹਾਨੂੰ ਦੇਸ਼ ਤੋਂ ਆਜ਼ਾਦੀ ਤੋਂ ਬਾਅਦ ਲਗਾਤਾਰ ਢੋਲ ਢਮੱਕੇ ਵਜਾ ਕੇ ਲੁੱਟਿਆ। ਸੋ ਲੇਕਿਨ ਇਹ ਕਰਜ਼ਾ ਜਦੋਂ ਮੋੜਿਆ ਨਹੀਂ ਜਾਣਾ ਤਾਂ ਇਹ ਤੁਹਾਡੇ ਵਿੱਚੋਂ ਕਰਜ਼ਾ ਕੱਢਿਆ ਜਾਣਾ, ਤੁਹਾਨੂੰ ਖਤਮ ਕਰਕੇ ਇਹ ਕਰਜ਼ਾ ਕੱਢਿਆ ਜਾਣਾ। ਸੋ ਇਸ ਕਰਕੇ ਸਾਥੀਓ, ਇਸ ਵੇਲੇ ਲੋੜ ਆ ਸੁਚੇਤ ਹੋਣ ਦੀ, ਔਰ ਤੁਹਾਡੇ ਲਈ ਇਹ ਬੜਾ ਸੁਨਹਿਰੀ ਮੌਕਾ ਕਿ ਤੁਹਾਡੀ ਸੀਟ ਜਿਹੜੀ ਆ ਉਹ ਪਹਿਲਾਂ ਜਿੱਤੀ ਜਾਣੀ ਸਾਡੇ ਨਾਲੋਂ, ਸਾਡੀ ਆ ਯਾਰ ਦੂਜੇ ਨੰਬਰ ਤੇ ਹੋਵੇ, ਲੇਕਿਨ ਜਿੱਤੀ ਤਾਂ ਉਹ ਵੀ ਜਾਣੀ ਆ, ਲੇਕਿਨ ਤੁਹਾਡੀ ਸੀਟ ਜਿਹੜੀ ਉਹ ਕਲੀਅਰ ਆ।